प्यारे विद्यार्थियों, अज असी प्रोफैसर मोहन सिंह ਦੀ ਕਾਵ ਕਲਾ ਬਾਰੇ, ਪੰਜਾਬੀ ਸਾਹਿਤ ਦੇ ਵਿੱਚ ਉਸ ਦੇ ਯੋਗਦਾਨ ਬਾਰੇ ਤੁਹਾਡੇ ਨਾਲ ਵਿਚਾਰ ਚਰਚਾ ਕਰਾਂਗੇ। ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਆਧੁਨਿਕ ਪੰਜਾਬੀ ਸਾਹਿਤ ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਦਾ ਜਿਹੜਾ ਮੁਕਾਮ ਹੈ, ਜਿਹੜਾ ਸਥਾਨ ਹੈ, ਜਿਹੜੀ ਉਸਦੀ ਵਿਲੱਖਣਤਾ ਹੈ, ਜਿਹੜੀ ਉਸਦੀ ਦੇਣ ਹੈ, ਯੋਗਦਾਨ ਹੈ, ਉਹ ਬੜੀ ਇਤਿਹਾਸਕ, ਮੁੱਲਵਾਨ ਅਤੇ ਚਿਰਸਥਾਈ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਮੁੱਢਲੇ ਦੌਰ ਦੇ ਵਿੱਚ ਪੰਜਾਬੀ ਸਾਹਿਤ ਦੇ ਵਿੱਚ ਔਰ ਫਿਰ ਮੱਧ ਯੁੱਗ ਦੇ ਵਿੱਚ ਜਿਹੜਾ ਸਾਹਿਤ ਲਿਖਿਆ ਜਾਂਦਾ ਸੀ ਉਹ ਛੰਦਬੱਧ ਸੀ, ਉਹ ਸਾਰਾ ਸੰਗੀਤਬੱਧ ਸੀ। ਉਹ ਸੰਗੀਤ ਦੇ ਅਨੁਸਾਰ ਲਿਖਿਆ ਜਾਂਦਾ ਸੀ, ਸੰਗੀਤ ਦੇ ਅਨੁਸਾਰ ਉਹ ਯਾਦ ਰੱਖਿਆ ਜਾਂਦਾ ਸੀ। ਉਹਦੀ ਇੱਕ ਪੂਰੀ ਦੀ ਪੂਰੀ ਵਿੱਦਿਆ ਸੀ। ਔਰ ਉਸ ਦੇ ਨਾਲ ਇੱਕ ਗੱਲ ਹੋਰ ਮਹੱਤਵਪੂਰਨ ਕਿ ਉਹ ਜਿਹੜਾ ਦੌਰ ਸੀ, ਉਹ ਦੌਰ ਉਹਦੀ ਜਿਹੜੀ ਤੋਰ ਸੀ ਸਮਾਜਿਕ ਯਥਾਰਥ ਦੀ, ਉਹ ਲੈਅਬੱਧ ਸੀ। ਅਸੀਂ ਪ੍ਰਕਿਰਤੀ ਦੇ ਬਹੁਤ ਨੇੜੇ ਸੀ। ਮਸ਼ੀਨ ਪ੍ਰਕਿਰਤੀ ਤੇ ਮਨੁੱਖ ਦੇ ਵਿਚਕਾਰ ਆਈ ਨਹੀਂ ਸੀ। ਜਦੋਂ ਮਨੁੱਖ ਤੇ ਪ੍ਰਕਿਰਤੀ ਦੇ ਵਿਚਕਾਰ, ਕੁਦਰਤ ਦੇ ਵਿਚਕਾਰ ਮਸ਼ੀਨ ਆ ਜਾਂਦੀ ਹੈ, ਤੁਸੀਂ ਸਾਰੇ ਜਾਣਦੇ ਹੋ ਕਿ ਮਸ਼ੀਨ ਦਾ ਜਿਹੜਾ ਸ਼ੋਰ ਹੈ ਉਹ ਸੰਗੀਤ, ਉਹਦਾ ਆਪਣਾ ਇੱਕ ਸੰਗੀਤ ਹੁੰਦਾ, ਲੇਕਿਨ ਉਹਨੂੰ ਆਪਾਂ ਸੰਗੀਤ ਨਹੀਂ ਕਹਿ ਸਕਦੇ। ਲੇਕਿਨ ਜਿਹੜਾ ਕੁਦਰਤ ਦਾ ਸੰਗੀਤ ਹੈ ਉਹ ਮਨੁੱਖ ਤੋਂ ਦੂਰ ਹੋ ਜਾਂਦਾ ਹੈ। ਇਸ ਕਰਕੇ ਜਿਹੜਾ ਯਥਾਰਥ ਹੈ, ਜੀਵਨ ਦਾ ਯਥਾਰਥ ਵੀ ਉਹ ਬਹੁਵਿਧ ਹੋ ਜਾਂਦਾ, ਕਿਉਂਕਿ ਪੂੰਜੀਵਾਦ ਦੇ ਆਉਣ ਨਾਲ ਸ਼ਹਿਰ ਵਸਦੇ ਨੇ ਔਰ ਸ਼ਹਿਰ ਦੇ ਵਿੱਚ ਕਾਰਖਾਨੇ ਲੱਗਦੇ ਨੇ। ਕਾਰਖਾਨਿਆਂ ਦੀ ਜ਼ਰੂਰਤ ਦੇ ਪੂਰੇ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਉਸ ਦੇ ਵਿੱਚ ਮਜ਼ਦੂਰ, ਮਕੈਨਿਕ ਦੇ ਮਾਹਰ ਔਰ ਟਰਾਂਸਪੋਰਟ, ਬਹੁਤ ਸਾਰੀਆਂ ਚੀਜ਼ਾਂ ਉਹਦੇ ਲਈ ਜ਼ਰੂਰੀ ਹੁੰਦੀਆਂ ਨੇ। ਇੱਕ ਅਜਿਹਾ ਢਾਂਚਾ ਤਾਮੀਰ ਕਰਨਾ ਪੈਂਦਾ ਜਿਹੜਾ ਢਾਂਚਾ ਸਾਰੇ ਜ਼ਰੂਰਤਾਂ ਨੂੰ ਪੂਰਾ ਕਰਦਾ ਹੋਵੇ। ਤੇ ਇਸ ਕਰਕੇ ਉਹਦੇ ਨਾਲੋਂ ਮਨੁੱਖ ਦੇ ਵਿੱਚੋਂ ਕੋਲੋਂ ਹੌਲੀ ਹੌਲੀ ਸੰਗੀਤ ਵੀ ਕਿਤੇ ਨਾ ਕਿਤੇ ਦੂਰ ਹੁੰਦਾ ਜਾਂਦਾ ਹੈ। ਜਿਹੜੀਆਂ ਲਿਆਤਮਕ ਗਤੀਵਿਧੀਆਂ ਨੇ ਮਨੁੱਖੀ ਸੱਭਿਅਤਾ ਦੇ ਵਿੱਚ, ਮਨੁੱਖ ਦੀਆਂ ਮੁੱਢਲੀਆਂ, ਉਹਨਾਂ ਦੇ ਵਿੱਚ ਕਵਿਤਾ ਨੂੰ, ਸੰਗੀਤ ਨੂੰ ਮੰਨਿਆ ਜਾਂਦਾ। ਇਸ ਲਈ ਮਨੁੱਖ ਬੜਾ ਸਾਦਗੀ ਭਰਪੂਰ, ਸੰਗੀਤਮਈ ਔਰ ਇੱਕ ਲਿਆਤਮਕ ਜੀਵਨ ਜਿਉਂਦਾ ਸੀ। ਔਰ ਉਹਦੀ ਲਿਵ ਜਿਹੜੀ ਸੀਗੀ ਕੁਦਰਤ ਦੇ ਨਾਲ ਸਹਿਜੇ ਹੀ ਜੁੜ ਜਾਂਦੀ ਸੀ। ਪਰੰਤੂ ਹੌਲੀ ਹੌਲੀ ਜਿਉਂ-ਜਿਉਂ ਮਸ਼ੀਨ, ਕਾਰਖਾਨੇ ਸਾਡੇ ਸਮਾਜ ਦੇ ਵਿੱਚ ਆ ਗਏ ਤਾਂ ਸਾਡਾ ਜਿਹੜਾ ਜੀਵਨ ਦਾ ਬਦਲ ਗਿਆ ਪੈਟਰਨ, ਯਥਾਰਥ ਬਦਲ ਗਿਆ। ਜੀਵਨ ਦਾ ਜਿਹੜਾ ਢੰਗ ਤਰੀਕਾ ਬਦਲ ਗਿਆ, ਸੋਚ ਬਦਲ ਗਈ, ਵਿਵਹਾਰ ਬਦਲ ਗਿਆ, ਦ੍ਰਿਸ਼ਟੀਕੋਣ ਬਦਲ ਗਿਆ ਔਰ ਲੋੜਾਂ ਬਦਲ ਗਈਆਂ, ਇੱਛਾ ਆਕਾਂਖਿਆਵਾਂ ਬਦਲ ਗਈਆਂ। ਇਹ ਸਾਰਾ ਕੁਝ ਸਾਹਿਤ ਦੇ ਵਿੱਚ ਕਿਸ ਰੂਪ ਦੇ ਵਿੱਚ ਪ੍ਰਤੀਬਿੰਬਤ ਹੋਣਾ ਚਾਹੀਦਾ ਹੈ। ਇਹ ਇੱਕ ਨਵੇਂ ਸਵਾਲ ਸਨ, ਨਵੇਂ ਚੈਲੰਜ ਜਿਹੜੇ ਨੇ ਪੂੰਜੀਵਾਦ ਦੇ ਉਦੇ ਦੇ ਨਾਲ ਹੋਣ ਦੇ ਨਾਲ ਪੈਦਾ ਹੁੰਦੇ ਨੇ। ਅਸੀਂ ਸਾਰੇ ਜਾਣਦੇ ਹਾਂ ਕਿ ਅੰਗਰੇਜ਼ ਜਦੋਂ ਆਏ, ਇੱਕ ਨਵੀਂ ਸੱਭਿਅਤਾ ਸਾਡੇ ਸੰਪਰਕ 'ਚ ਪਾਈ। ਨਵਾਂ ਸਾਹਿਤ, ਨਵਾਂ ਸੱਭਿਆਚਾਰ, ਨਵਾਂ ਕੀਮਤ ਪ੍ਰਬੰਧ, ਨਵਾਂ ਧਰਮ ਔਰ ਨਵੀਆਂ ਉਹਨਾਂ ਦੀਆਂ ਇੱਛਾਵਾਂ ਉਹ ਸਾਡੇ ਸੰਪਰਕ 'ਚ ਆਈਆਂ ਔਰ ਉਹਨਾਂ ਨੇ ਸਾਡੇ ਜੀਵਨ ਦੀ ਗਤੀ ਨੂੰ, ਸਾਡੇ ਜੀਵਨ ਦੀ ਤੋਰ ਨੂੰ ਪੂੰਜੀਵਾਦੀ ਲੀਹਾਂ 'ਤੇ ਤੋਰਨਾ ਸ਼ੁਰੂ ਕੀਤਾ। ਸਾਰੇ ਜਾਣਦੇ ਹਾਂ ਕਿ ਈਸਟ ਇੰਡੀਆ ਕੰਪਨੀ ਨਾਂ ਦੇ ਥੱਲੇ ਅੰਗਰੇਜ਼ ਆਏ ਸੀ, ਜਿਹਦੇ ਵਿੱਚ ਉਹਨਾਂ ਦੇ ਹਿੱਤ ਸਾਂਝੇ ਸੀ ਔਰ ਉਹ ਹਿੱਤ ਸਨ ਕਿ ਇੱਥੇ ਭਾਰਤ ਦੇ ਵਿੱਚ ਰਾਜ ਕਰਨਾ, ਇੱਥੋਂ ਕੱਚਾ ਮਾਲ ਲਿਜਾ ਕੇ ਇੰਗਲੈਂਡ ਦੇ ਵਿੱਚ ਉਸ ਦਾ
ਉਹਨੂੰ ਬਣਾਉਣਾ ਕਾਰਖਾਨਿਆਂ 'ਚ ਤੇ ਉਹਦੇ ਠੱਪੇ ਲਾ ਕੇ ਇੰਗਲੈਂਡ ਦੇ ਤੇ ਇੱਥੇ ਆ ਕੇ ਵੇਚਣਾ, ਇੱਥੋਂ ਲੁੱਟ ਕਰਨੀ, ਇੱਥੋਂ ਦਾ ਸਰਮਾਇਆ ਲੈ ਕੇ ਜਾਣਾ, ਸੋਨਾ ਲੈ ਕੇ ਜਾਣਾ, ਧਨ ਲੈ ਕੇ ਜਾਣਾ। ਇਸ ਕਰਕੇ ਉਹਨਾਂ ਨੇ ਇੱਥੋਂ ਦੇ ਜਿਹੜੇ ਲਘੂ ਉਦਯੋਗ ਸੀ ਉਹਨਾਂ ਨੂੰ ਸਾਰਿਆਂ ਨੂੰ ਖਤਮ ਕੀਤਾ, ਮਨੁੱਖ ਦੀ ਜ਼ਿੰਦਗੀ ਦੀ ਲੈ ਖਤਮ ਕੀਤੀ। ਤਾਂ ਮੈਂ ਇਹ ਗੱਲ ਇਸ ਕਰਕੇ ਕਰ ਰਿਹਾ ਕਿ ਫਿਰ ਸਾਡਾ ਜੀਵਨ ਦਾ ਯਥਾਰਥ ਬਦਲ ਗਿਆ। ਤੁਸੀਂ ਸਾਰੇ ਜਾਣਦੇ ਹੋ ਕਿ ਮੱਧ ਯੁੱਗ ਦੇ ਵਿੱਚ ਇੱਕ ਕਵਿਤਾ ਜਿਹੜੀ ਹੈਗੀ ਆ, ਛੰਦਬੱਧ ਕਵਿਤਾ, ਕਿੱਸਾ ਕਾਵ, ਮਹਾਕਾਵ, ਉਹ ਮੂਲ ਸੀ ਸਾਹਿਤ ਦੀ ਬਣ ਗਈ। ਲੇਕਿਨ ਜਿਉਂ ਅੰਗਰੇਜ਼ਾਂ ਦੇ ਨਾਲ ਸਾਡਾ ਸੰਪਰਕ ਹੋਇਆ ਤਾਂ ਸਾਨੂੰ ਇੱਕ ਨਵੇਂ ਸਾਹਿਤ ਰੂਪਾਂ ਦੀ ਜ਼ਰੂਰਤ ਪਈ। ਸਾਹਿਤ ਯਥਾਰਥ ਦੇ ਅਨੁਸਾਰ ਨਵੇਂ ਸਾਹਿਤ ਰੂਪ ਇੱਕ ਹਾਲਾਤ ਬਣੇ ਜਿਨ੍ਹਾਂ ਵਾਸਤੇ ਕਿ ਨਵੇਂ ਸਾਹਿਤ ਰੂਪ ਸਾਡੇ ਸਾਹਮਣੇ ਆਉਣ ਤੇ ਉਹ ਸਾਡੇ ਯਥਾਰਥ ਨੂੰ ਭਰਪੂਰ ਰੂਪ ਦੇ ਵਿੱਚ ਪੇਸ਼ ਕਰ ਸਕਣ। ਰੈਲਫ ਫਾਕਸ ਆਪਣੀ ਪੁਸਤਕ ਦੇ ਵਿੱਚ ਨਾਵਲ ਐਂਡ ਦਾ ਪੀਪਲ ਵਿੱਚ ਕਹਿੰਦਾ ਹੈ ਕਿ ਜਿਹੜਾ ਕੈਪੀਟਲਿਜ਼ਮ ਹੈ ਇਟ ਇਜ਼ ਐਂਟੀ ਪੋਇਟਰੀ, ਕਵਿਤਾ ਵਿਰੋਧੀ ਹੈ। ਔਰ ਸਹੀ ਗੱਲ ਵੀ ਹੈ ਕਿ ਸਾਡੇ ਜੀਵਨ ਦੇ ਵਿੱਚੋਂ ਗੀਤ, ਸੰਗੀਤ, ਲੈ, ਪਿਆਰ, ਮੁਹੱਬਤ, ਸਨੇਹ, ਸੰਵੇਦਨਾ ਖਤਮ ਹੋ ਜਾਂਦੀ ਹੈ। ਮਨੁੱਖ ਇੱਕ ਮਸ਼ੀਨੀ ਹੋਂਦ ਬਣ ਜਾਂਦਾ ਹੈ, ਰਿਸ਼ਤਿਆਂ ਵਿੱਚ ਮਸ਼ੀਨੀਕਰਨ ਆ ਜਾਂਦਾ ਹੈ। ਔਰ ਅਜਿਹੀ ਸਥਿਤੀਆਂ ਦੇ ਵਿੱਚ ਸਾਨੂੰ ਨਵੇਂ ਸਾਹਿਤ ਰੂਪਾਂ ਦੀ ਜ਼ਰੂਰਤ ਪੈਂਦੀ ਹੈ। ਇਸੇ ਕਰਕੇ ਸ਼ਾਇਦ ਕਿਹਾ ਗਿਆ ਕਿ ਨਾਵਲ ਜਿਹੜਾ ਹੈਗਾ ਉਹ ਪੂੰਜੀਵਾਦ ਯੁੱਗ ਦਾ ਮਹਾਕਾਵ ਹੈ। ਨਵਾਂ ਸਾਹਿਤ ਰੂਪ ਨਾਵਲ ਪੈਦਾ ਹੋਇਆ ਔਰ ਨਾਟਕ ਪੈਦਾ ਹੋਇਆ, ਨਵੀਂ ਕਹਾਣੀ ਪੈਦਾ ਹੋਈ। ਇਹ ਸਾਰੇ ਸਾਹਿਤ ਰੂਪ ਵਾਰਤਕ ਦੇ ਵਿੱਚ ਸਫ਼ਰਨਾਮਾ, ਰੇਖਾ ਚਿੱਤਰ, ਇਹ ਗਜ਼ਲ, ਇਹ ਸਾਰੀਆਂ ਚੀਜ਼ਾਂ ਪੈਦਾ ਹੁੰਦੀਆਂ ਨੇ ਸਾਡੇ ਸੰਪਰਕ ਦੇ ਵਿੱਚ। ਅਸੀਂ ਜਦੋਂ ਬਾਹਰੀ ਸਾਹਿਤ ਰੂਪਾਂ ਦੇ ਸੰਪਰਕ ਦੇ ਵਿੱਚ ਆਉਂਦੇ ਹਾਂ। ਅਤੇ ਇਸ ਤੋਂ ਪਹਿਲਾਂ ਪ੍ਰੋਫੈਸਰ ਮੋਹਨ ਸਿੰਘ ਤੋਂ ਪਹਿਲਾਂ ਭਾਈ ਵੀਰ ਸਿੰਘ ਜੀ, ਉਹ ਇੱਕ ਅਜਿਹੇ ਪੜਾਅ ਬਿੰਦੂ 'ਤੇ ਆ ਕੇ, ਇਤਿਹਾਸਿਕ ਬਿੰਦੂ 'ਤੇ ਆ ਕੇ ਪੰਜਾਬੀ ਸਾਹਿਤ ਦੇ ਵਿੱਚ ਪ੍ਰਵੇਸ਼ ਕਰਦੇ ਨੇ ਜਿੱਥੇ ਪੰਜਾਬੀ ਸਾਹਿਤ ਨਵੇਂ ਚੁਣੌਤੀਆਂ ਨੂੰ, ਨਵੇਂ ਯਥਾਰਥ ਦੇ ਰੂਪ ਨਾਲ ਰੂਬਰੂ ਹੋ ਰਿਹਾ ਹੁੰਦਾ। ਭਾਈ ਵੀਰ ਸਿੰਘ ਆਪਣੀ ਇਤਿਹਾਸਿਕ ਭੂਮਿਕਾ ਨਿਭਾਉਣ ਤੋਂ ਬਾਅਦ ਜਿਹੜੇ ਕਵੀਆਂ ਨੇ, ਜਿਹੜੇ ਸਾਹਿਤਕਾਰਾਂ ਨੇ ਪੰਜਾਬੀ ਸਾਹਿਤ ਨੂੰ ਅੱਗੇ ਤੋਰਿਆ ਅਜਿਹੀਆਂ ਪ੍ਰਸਥਿਤੀਆਂ ਦੇ ਵਿੱਚ, ਉਹਨਾਂ ਵਿੱਚ ਪ੍ਰੋਫੈਸਰ ਪੂਰਨ ਸਿੰਘ ਅਤੇ ਪ੍ਰੋਫੈਸਰ ਮੋਹਨ ਸਿੰਘ ਦੇ ਨਾਂ ਵਿਸ਼ੇਸ਼ ਰੂਪ ਦੇ ਵਿੱਚ ਲਏ ਜਾ ਸਕਦੇ ਹਨ। ਪ੍ਰੋਫੈਸਰ ਮੋਹਨ ਸਿੰਘ ਇੱਕ ਅਜਿਹਾ ਸ਼ਾਇਰ ਹੈ ਜੋ ਜ਼ਿੰਦਗੀ ਦੀ ਵਿਚਿੱਤਰਤਾ, ਜ਼ਿੰਦਗੀ ਦੀ ਬਹੁਰੰਗਤਾ, ਮਨੁੱਖੀ ਮਨ ਦੇ ਅਣਗਿਣਤ ਅਨੇਕਾਂ ਭਾਵਾਂ ਨੂੰ ਬੜੀ ਖੂਬਸੂਰਤ ਢੰਗ ਦੇ ਨਾਲ ਪੇਸ਼ ਕਰਨ ਦੀ ਸਮਰੱਥਾ ਰੱਖਦਾ, ਪੇਸ਼ ਕਰਦਾ। ਇਸ ਕਰਕੇ ਪੰਜਾਬੀ ਦੇ ਉਹ ਆਧੁਨਿਕ ਯੁੱਗ ਦੇ ਹਰਮਨ ਪਿਆਰੇ ਕਵੀਆਂ ਵਿੱਚੋਂ ਗਿਣਿਆ ਜਾਂਦਾ। ਅਸੀਂ ਅੰਮ੍ਰਿਤਾ ਪ੍ਰੀਤਮ ਤੇ ਮੋਹਨ ਸਿੰਘ ਦੇ ਯੁੱਗ ਨੂੰ ਵੀ ਯਾਦ ਕਰਦੇ ਹਾਂ ਕਿਉਂਕਿ ਬਹੁਤ ਸਾਰੀਆਂ ਗੱਲਾਂ ਅੰਮ੍ਰਿਤਾ ਪ੍ਰੀਤਮ ਤੇ ਮੋਹਨ ਸਿੰਘ ਦੀ ਕਵਿਤਾ ਦੇ ਵਿੱਚ ਸਾਂਝੀਆਂ ਮਿਲਦੀਆਂ ਨੇ। ਔਰ ਸਾਡੇ ਆਲੋਚਕਾਂ ਨੇ ਉਸ ਨੂੰ, ਉਹਨਾਂ ਦੀ ਇਸ ਸਮਾਨਤਾ ਨੂੰ ਲੈ ਕੇ ਉਹਨਾਂ ਬਾਰੇ, ਉਹਦੀ ਵਿਆਖਿਆ ਕਰਦਿਆਂ ਕਵਿਤਾ ਦੀ, ਉਹਨਾਂ ਦੀ ਇੱਕ ਨਵਾਂ ਸੌਖਾ ਰਸਤਾ ਲੱਭਿਆ ਔਰ ਕਿਹਾ ਕਿ ਇਹ ਮੋਹਨ ਸਿੰਘ ਤੇ ਅੰਮ੍ਰਿਤਾ ਯੁੱਗ ਹੈ, ਉਸ ਦੀ ਸ਼ੁਰੂਆਤ ਹੈ, ਉਸ ਦੀ ਇਹ ਵਿਸ਼ਲੇਸ਼ਣ ਹੈ, ਉਸ ਦੀਆਂ ਜਿਹੜੀਆਂ ਖਾਸੀਅਤਾਂ ਸਨ ਉਹਨਾਂ ਨੂੰ ਇਸ ਢੰਗ ਦੇ ਨਾਲ ਵਿਸ਼ਲੇਸ਼ਿਤ, ਮੁਲਾਂਕਿਤ, ਉਹਨਾਂ ਦਾ ਅਧਿਐਨ ਕੀਤਾ। ਅੱਜ ਅਸੀਂ ਪਿਆਰੇ ਬੱਚਿਓ ਜਿਸ ਮੋਹਨ ਸਿੰਘ ਦੀਆਂ ਕਵਿਤਾਵਾਂ ਦੀ, ਉਸ ਦੀ, ਉਹਦੀ ਕਾਵ ਕਲਾ ਦੀ, ਉਹਦੀ ਪ੍ਰਤਿਭਾ ਦੀ, ਉਹਦੀ ਸਮਰੱਥਾ ਦੀ ਗੱਲ ਕਰਾਂਗੇ ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਡੇ ਸਿਲੇਬਸ ਦੇ ਵਿੱਚ ਉਹਦੀਆਂ ਕਵਿਤਾਵਾਂ ਵੀ, ਇਹ ਭਾਗ ਪਹਿਲਾ ਪੰਜਾਬੀ ਇਲੈਕਟਿਵ ਦੇ ਵਿੱਚ ਅਤੇ ਦੂਸਰੇ ਸਬਜੈਕਟ ਦੇ ਵਿੱਚ, ਕੰਪਲਸਰੀ ਦੇ ਵਿੱਚ ਉਹਦੀਆਂ ਕਵਿਤਾਵਾਂ ਸਾਡੇ ਨਾਲ ਅਸੀਂ ਪੜ੍ਹਦੇ ਹਾਂ।
ਕੁੜੀ ਪੋਠੋਹਾਰ ਦੀ, ਅੱਜ ਕੋਈ ਆਇਆ ਸਾਡੇ ਵਿਹੜੇ, ਅੰਬੀ ਦੇ ਬੂਟੇ ਥੱਲੇ, ਦੋ ਟੋਟਿਆਂ ਵਿੱਚ ਭੌਂ ਟੁੱਟੀ। ਇਹ ਕਵਿਤਾਵਾਂ ਜ਼ਿੰਦਗੀ ਦੀ ਅੱਡ ਅੱਡ ਸ਼ੇਡਸ ਨੂੰ, ਅੱਡ ਅੱਡ ਰੰਗਾਂ ਨੂੰ ਸਾਡੇ ਨਾਲ ਸਾਂਝੀਆਂ ਕਰਦੀਆਂ ਨੇ। ਔਰ ਇੱਕ ਕਵੀ ਦਾ ਜਿਹੜਾ ਬਿੰਬ ਹੈ, ਕਵੀ ਦੀ ਜਿਹੜੀ ਇੱਕ ਸਰੂਪ ਹੈ ਉਸਦੀ ਕਵਿਤਾ ਦਾ, ਉਹ ਸਾਡੇ ਸਾਹਮਣੇ ਆਉਂਦਾ ਹੈ। ਅਸੀਂ ਦੇਖਦੇ ਹਾਂ ਕਿ ਕਵੀ ਜਿਹੜਾ ਹੈਗਾ ਉਹ ਕਿਸ ਕਿਸਮ ਦੀ ਕਵਿਤਾ ਉਹ ਸਾਨੂੰ ਪੰਜਾਬੀ ਸਾਹਿਤ ਨੂੰ, ਜਗਤ ਨੂੰ ਦੇ ਰਿਹਾ। ਇਸ ਕਰਕੇ ਉਸ ਨੂੰ ਆਪਾਂ ਹੁਣ ਉਸ ਇੱਕ ਵਿਉਂਤਬੱਧ ਤਰੀਕੇ ਦੇ ਨਾਲ, ਢੰਗ ਦੇ ਨਾਲ ਆਪਾਂ ਉਹਦਾ ਵਿਸ਼ਲੇਸ਼ਣ ਕਰਦੇ ਹਾਂ। ਅਤੇ ਇਸ ਸੰਦਰਭ ਵਿੱਚ ਕਿਹਾ ਜਾ ਸਕਦਾ ਹੈ ਕਿ ਆਧੁਨਿਕ ਪੰਜਾਬੀ ਕਾਵਿ ਜਗਤ ਵਿੱਚ ਪ੍ਰੋਫੈਸਰ ਮੋਹਨ ਸਿੰਘ ਆਪਣੀਆਂ ਕਾਵਿਕ ਵਿਸ਼ੇਸ਼ਤਾਵਾਂ ਕਰਕੇ ਵਿਸ਼ੇਸ਼ ਮਹੱਤਵ ਦਾ ਧਾਰਨੀ ਕਵੀ ਹੈ। ਉਸ ਦੀ ਕਵਿਤਾ ਨੂੰ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਦੇ ਸਮਾਨਾਂਤਰ ਰੱਖ ਕੇ ਵਿਸ਼ਲੇਸ਼ਿਤ ਕੀਤਾ ਜਾਂਦਾ ਹੈ ਅਤੇ ਦੋਹਾਂ ਕਵੀਆਂ ਦੇ ਸਾਂਝੇ ਕਾਵਿ ਗੁਣਾਂ ਕਰਕੇ ਉਸ ਦੌਰ ਨੂੰ ਅੰਮ੍ਰਿਤਾ ਮੋਹਨ ਸਿੰਘ ਯੁੱਗ ਦੇ ਰੂਪ ਵਿੱਚ ਵਿਚਾਰਿਆ ਜਾਣ ਲੱਗਿਆ, ਜਿਵੇਂ ਕਿ ਆਪਾਂ ਗੱਲ ਕੀਤੀ ਹੈ। ਪਰੰਤੂ ਜਦੋਂ ਅਸੀਂ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਦਾ ਵੱਖਰੇ ਰੂਪ ਵਿੱਚ ਵਿਸ਼ਲੇਸ਼ਣ ਅਤੇ ਅਧਿਐਨ ਕਰਦੇ ਹਾਂ ਤਾਂ ਉਸ ਦੀ ਕਵਿਤਾ ਦੇ ਕਈ ਨਿਆਰੇ ਪੱਖ ਅਤੇ ਪਾਸਾਰ ਉੱਭਰ ਕੇ ਸਾਹਮਣੇ ਆਉਂਦੇ ਹਨ। ਉਹ ਪੰਜਾਬੀ ਸਾਹਿਤ ਵਿੱਚ ਨਿਵੇਕਲੀ ਅਤੇ ਖਿੱਚ ਭਰਪੂਰ ਦਿੱਖ ਅਤੇ ਦਰਸ਼ਨ ਵਾਲਾ ਸ਼ਾਇਰ ਹੈ। ਉਸ ਦੀ ਕਵਿਤਾ ਦੇ ਆਕਰਸ਼ਣ ਅਤੇ ਕਲਾਤਮਕ ਸੁਹਜ ਨੇ ਪੰਜਾਬੀ ਪਾਠਕਾਂ ਦੇ ਦਾਇਰੇ ਵਿੱਚ ਬੇਸ਼ੁਮਾਰ ਵਾਧਾ ਕੀਤਾ। ਉਸ ਦੀ ਕਵਿਤਾ ਵਿੱਚ ਇੱਕ ਵਿਚਾਰਧਾਰਕ ਸੰਤੁਲਨ ਵਿਖਾਈ ਦਿੰਦਾ ਹੈ, ਜਿਹੜਾ ਉਸ ਨੂੰ ਆਪਣੀ ਕਵਿਤਾ ਵਿੱਚ ਕਿਤੇ ਵੀ ਓਵਰ ਨਹੀਂ ਹੋਣ ਦਿੰਦਾ। ਭਾਵ ਇਉਂ ਨਹੀਂ ਲੱਗਦਾ ਕਿ ਕੋਈ ਵਾਧੂ ਸ਼ਬਦ ਉਹ ਪ੍ਰਯੋਗ ਕਰ ਰਿਹਾ ਹੈ। ਉਹ ਆਪਣੀ ਸਿਧਾਂਤਕ ਸੋਚ ਵੀ ਵਿਸ਼ੇਸ਼ ਲੈਅ, ਬਹਾਓ ਅਤੇ ਸੰਗੀਤ ਦੀ ਚਾਸ਼ਨੀ ਵਿੱਚ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਉਹ ਸਿਧਾਂਤ ਜਾਂ ਵਿਚਾਰ ਉਸ ਦੀ ਕਵਿਤਾ ਦਾ ਸਹਿਜ ਅੰਗ ਬਣ ਕੇ ਪੇਸ਼ ਹੁੰਦਾ ਵਿਖਾਈ ਦਿੰਦਾ ਹੈ। ਉਸ ਨੂੰ ਆਪਣੀ ਕਵਿਤਾ ਦੀ ਉਸਾਰੀ ਕਰਨ ਦਾ ਹੁਨਰ ਸੀ। ਉਹ ਪੰਜਾਬੀ ਕਵਿਤਾ ਵਿੱਚ ਦੇ ਖੇਤਰ ਵਿੱਚ ਜੀਵਨ ਦੇ ਰੰਗਾਂ ਦੀ ਬਹੁ ਵਿਧਤਾ ਕਰਕੇ ਜਾਣਿਆ ਜਾਣ ਵਾਲਾ ਸ਼ਾਇਰ ਹੈ। ਉਸਦੇ ਇਸ ਗੁਣ ਨੂੰ ਬਲਵੰਤ ਗਾਰਗੀ ਇਉਂ ਦਰਸਾਉਂਦਾ ਹੈ। ਬਲਵੰਤ ਗਾਰਗੀ ਇੱਕ ਵਿਦਵਾਨ ਹੋਏ ਨੇ ਆਪਣੇ ਨਾਟਕਕਾਰ। ਉਹ ਕੀ ਕਹਿੰਦੇ ਨੇ, ਮੋਹਨ ਸਿੰਘ ਉਸਤਾਦਾਂ ਦੀ ਸੰਗਲੀ ਵਿੱਚੋਂ ਆਖਰੀ ਕੜੀ ਸੀ। ਲੋਕਾਂ ਨੂੰ ਉਸਦੇ ਸੈਂਕੜੇ ਗੀਤ ਜਵਾਨੀ ਯਾਦ ਹਨ। ਮੂੰਹ ਜਵਾਨੀ, ਛੱਡਦੇ ਚੂੜੇ ਵਾਲੀ ਬਾਂ, ਅੰਬੀ ਦੇ ਬੂਟੇ ਥੱਲੇ, ਜਾਇਦਾਦ, ਅਨਾਰਕਲੀ, ਬਸੰਤ, ਰਾਣੀ ਸਾਹਿਬ ਕੌਰ, ਤਾਜ ਮਹਿਲ, ਲੋਹਾ, ਅਧਵਾਟੇ, ਗੱਜਣ ਸਿੰਘ, ਕੁੜੀ ਪੋਠੋਹਾਰ ਦੀ, ਬੰਦ ਬੂਹੇ, ਅੱਜ ਸਾਡੇ ਵਿਹੜੇ, ਅੰਮ੍ਰਿਤ ਭਰਿਆ, ਸਾਡੀ ਭਾਸ਼ਾ ਅਤੇ ਸੰਸਕ੍ਰਿਤੀ ਦਾ ਹਿੱਸਾ ਬਣ ਗਏ ਹਨ ਇਹ ਗੀਤ। ਪੰਜਾਬ ਨੂੰ ਜਿਤਨੇ ਵੱਖ-ਵੱਖ ਰੰਗਾਂ ਵਿੱਚ ਮੋਹਨ ਸਿੰਘ ਨੇ ਚਿਤਰਿਆ ਹੈ, ਸ਼ਾਇਦ ਹੀ ਕਿਸੇ ਨੇ ਇਸ ਧੜਕਣ ਨਾਲ ਬਿਆਨ ਕੀਤਾ ਹੋਵੇ। ਪ੍ਰੋਫੈਸਰ ਮੋਹਨ ਸਿੰਘ ਦੀ ਕਾਵਿ ਦਰਸ਼ਨ ਜੀਵਨ ਵਿਚਲੀ ਬਹੁ ਵਿਧਤਾ ਅਤੇ ਬਹੁ ਰੰਗਤਾ ਨੂੰ ਸਵੀਕਾਰ ਕਰਕੇ ਚੱਲਦਾ ਹੈ। ਉਸ ਅਨੁਸਾਰ ਜੀਵਨ ਬਦਲਣ ਦਾ ਨਾਂ ਹੈ। ਜੀਵਨ ਦੇ ਬਦਲਣ ਅਨੁਸਾਰ ਮਨੁੱਖ ਦਾ ਬਦਲਣਾ ਵੀ ਸੁਭਾਵਿਕ ਹੈ। ਉਸ ਦੁਆਰਾ ਉਭਾਰੇ ਗਏ ਪ੍ਰਸ਼ਨ ਸਮਾਜਿਕ ਧਾਰਾ ਦੇ ਅਨੁਕੂਲ ਅਤੇ ਅਨੁਰੂਪ ਹੁੰਦੇ ਹਨ। ਉਸ ਦਾ ਨਜ਼ਰੀਆ ਵਿਵਹਾਰਕ ਵੀ ਹੈ ਅਤੇ ਸਵੀਕਾਰਨਯੋਗ ਵੀ। ਉਸ ਦੀ ਲੋਕ ਪ੍ਰਵਾਨਗੀ ਦਾ ਰਹੱਸ ਵੀ ਇਸੇ ਵਿੱਚ ਛੁਪਿਆ ਹੋਇਆ ਹੈ। ਉਹ ਧੜਕਦੇ ਜਜ਼ਬਿਆਂ ਵਾਲਾ ਸ਼ਾਇਰ ਹੈ। ਉਸ ਦੀ ਕਵਿਤਾ ਵਿੱਚ ਕਿਤੇ ਵੀ ਨੀਰਸਤਾ ਅਤੇ ਉਕਤਾਊਪਣ ਨਹੀਂ। ਉਸ ਦੀ ਕਵਿਤਾ ਦਾ ਦਰਸ਼ਨ ਜੀਵਨ ਦੀ ਨਿਰੰਤਰਤਾ ਵਿੱਚ ਛੁਪਿਆ ਹੋਇਆ ਹੈ। ਕੀ ਲਿਖਦੇ ਨੇ ਪ੍ਰੋਫੈਸਰ ਮੋਹਨ ਸਿੰਘ ਜੀ? ਹੈ ਜੀਵਨ ਅਦਲਾ ਬਦਲੀ ਤੇ ਹੋਣਾ ਰੰਗ ਬਰੰਗਾ, 100 ਮੁਰਦੇ ਭਗਤਾਂ ਨਾਲੋਂ ਇੱਕ ਜਿਉਂਦਾ ਜ਼ਾਲਮ ਚੰਗਾ। ਮੋਤੀ ਤੋਂ ਹੰਝੂ ਮਹਿੰਗੇ, ਲਾਲਾਂ ਤੋਂ ਜੁਗਨੂ ਸੋਹਣੇ, ਸੁਰਗਾਂ ਤੋਂ ਦੋਜ਼ਖ ਚੰਗੇ, ਜਿੱਥੇ ਹੈ ਜੀਵਨ ਦੰਗਾ। ਮੈਂ ਸ਼ਾਇਰ ਰੰਗ ਰੰਗੀਲਾ, ਮੈਂ ਪਲ ਪਲ ਰੰਗ ਬਟਾਵਾਂ, ਜੇ ਵੱਟਦਾ ਰਵਾਂ ਤਾਂ ਜੀਵਾਂ, ਜੇ ਖਲਾਂ ਤੇ ਮਰ ਜਾਵਾਂ। ਝੀਲਾਂ ਤੋਂ ਚੰਗੇ ਨਾਲੇ, ਜੋ ਪਏ ਰਹਿਣ ਨਿਤ ਚਾਲੇ, ਤੱਕ ਰੋਕਾਂ ਖਾਣ ਉਛਾਲੇ ਤੇ ਵੱਧਦੇ ਜਾਣ ਅਗਾਹਾਂ। ਜੀਵਨ ਨੂੰ ਜਾਣਨ ਤੇ ਮੰਨਣ ਦਾ ਉਸਦਾ ਨਜ਼ਰੀਆ ਪ੍ਰਵਿਰਤੀ ਮਾਰਗੀ ਹੈ। ਉਹ ਜ਼ਿੰਦਗੀ ਦੇ ਹਰ ਰੰਗ ਅਤੇ ਰੂਪ ਨੂੰ ਵੇਖਣਾ, ਪਰਖਣਾ, ਜਾਚਣਾ ਤੇ ਮੰਨਣਾ ਚਾਹੁੰਦਾ ਹੈ। ਪਰੰਤੂ ਉਹ ਜੀਵਨ ਦੀ ਅਨੰਤਤਾ ਵਾਂਗ ਜ਼ਿੰਦਗੀ ਦੇ ਆਨੰਦ ਅਤੇ ਖੋਜ ਨੂੰ ਵੀ ਅਨੰਤ ਮੰਨਦਾ ਹੈ। ਇਸ ਕਰਕੇ ਉਸਦਾ ਕਾਵਿ ਸਥਿਰਤਾ ਦਾ ਕਾਵਿ ਨਹੀਂ, ਬਲਕਿ ਗਤੀਸ਼ੀਲਤਾ ਦਾ ਕਾਵਿ ਹੈ। ਇਸੇ ਵਿੱਚੋਂ ਮੋਹਨ ਸਿੰਘ ਕਾਵਿ ਦਾ ਆਕਰਸ਼ਣ ਭਾਵ ਉਸਦੀ ਖਿੱਚ ਅਤੇ ਸਮੋਹਨ ਭਾਵ ਉਹਦਾ ਮੋਹ ਪਿਆਰ ਛੁਪਿਆ ਹੋਇਆ ਦਿਖਾਈ ਦਿੰਦਾ ਹੈ। ਦੇ ਹਵਾ ਦਾ ਜੀਵਨ ਸਾਨੂੰ ਸਦਾ ਖੋਜ ਵਿੱਚ ਰਹੀਏ, ਹਰਦਮ ਤਲਬ ਸੱਜਣ ਦੀ ਕਰੀਏ, ਠੰਡੇ ਕਦੇ ਨਾ ਪਈਏ। ਜੰਗਲ ਗਾਈਏ, ਰੇਤੜ ਵਾਹੀਏ,
ਕਿਸੇ ਪੜਾ ਨਾ ਲਈਏ, ਦੇਖ ਮੁਲਾਇਮ ਸੇਜ ਫੁੱਲਾਂ ਦੀ, ਧਰਨਾ ਮਾਰ ਨਾ ਬਈਏ। 100 ਰੰਗਾਂ ਦੇ ਵਿੱਚੋਂ ਲੰਘ ਕੇ, 100 ਰੰਗਾਂ ਦੇ ਵਿੱਚੋਂ ਲੰਘ ਕੇ ਫਿਰ ਵੀ ਬੇਰੰਗ ਰਹੀਏ। ਜੇ ਕੋਈ ਬੁਲਬੁਲ ਹਾਕਾਂ ਮਾਰੇ, ਕੰਨ ਵਿੱਚ ਉਂਗਲਾਂ ਦਈਏ। ਜੇ ਕੋਈ ਕੰਡਾ ਪੱਲਾ ਪਕੜੇ, ਛੱਡੀਏ ਤੇ ਨਸ ਪਈਏ। ਦੇ ਹਵਾ ਦਾ ਜੀਵਨ ਸਾਨੂੰ ਸਦਾ ਖੋਜ ਵਿੱਚ ਰਹੀਏ। ਇਹ ਜੀਵਨ ਦੀ ਖੋਜ, ਇਹ ਜੀਵਨ ਦੀ ਨਿਰੰਤਰਤਾ, ਇਹ ਜੀਵਨ ਦੀ ਜਿਹੜੀ ਸਾਧਨਾ ਹੈ, ਇਹ ਮਨੁੱਖ ਦੇ ਕੰਮ ਆਉਂਦੀ ਹੈ। ਇਸ ਕਰਕੇ ਇਹ ਵੱਡੇ ਪ੍ਰੇਰਕ ਕਵੀ ਦੇ ਤੌਰ ਤੇ ਇਹ ਕਵਿਤਾ ਔਰ ਸ਼ਾਇਰ ਸਾਡੇ ਸਾਹਮਣੇ ਪੇਸ਼ ਹੁੰਦਾ ਹੈ। ਉਸ ਦੀ ਕਵਿਤਾ ਵਿੱਚ ਵਿਸ਼ੇਸ਼ ਕਿਸਮ ਦੀ ਰਵਾਨੀ ਤੇ ਬਹਾਵ ਹੈ, ਜਿਹੜਾ ਸੰਗੀਤ ਪੈਦਾ ਕਰਦਾ ਹੈ, ਕਾਵ ਰਸ ਉਤਪੰਨ ਕਰਦਾ ਹੈ। ਕਵਿਤਾ ਦੀ ਰਚਨਾ ਪ੍ਰਕਿਰਿਆ ਬਾਰੇ ਮੋਹਨ ਸਿੰਘ ਨੇ ਆਪਣੀ ਨਜ਼ਮ ਕਵਿਤਾ ਵਿੱਚ ਸਹੀ ਕਿਹਾ ਹੈ। ਕਵਿਤਾ ਦਾ ਜਨਮ ਜਜ਼ਬਿਆਂ ਦੇ ਤੀਬਰ ਬਹਾਵ ਵਿੱਚ ਨਿਹਿਤ ਹੈ। ਆਪਣੀ ਜਾਤ ਵਿਖਾਲਣ ਵਾਸਤੇ ਰੱਬ ਨੇ ਹੁਸਨ ਬਣਾਇਆ। ਦੇਖ ਹੁਸਨ ਦੇ ਤਿੱਖੇ ਜਲਵੇ, ਜ਼ੋਰ ਇਸ਼ਕ ਨੇ ਪਾਇਆ। ਫੁਰਿਆ ਜਦੋਂ ਇਸ਼ਕ ਦਾ ਜਾਦੂ, ਦਿਲ ਵਿੱਚ ਕੁੱਦੀ ਮਸਤੀ। ਇਹ ਮਸਤੀ ਜਦ ਬੋਲ ਉੱਠੀ ਤਾਂ ਹੜ ਕਵਿਤਾ ਦਾ ਆਇਆ, ਹੜ ਕਵਿਤਾ ਦਾ ਆਇਆ। ਸਮਾਜਿਕ ਸੰਸਾਰ ਦੇ ਕਰੂਪ ਚਿਹਰੇ ਨੂੰ ਉਹ ਆਪਣੀ ਨਿਵੇਕਲੀ ਸ਼ੈਲੀ ਵਿੱਚ ਪੇਸ਼ ਕਰਨ ਦੀ ਸਮਰੱਥਾ ਰੱਖਦਾ ਹੈ, ਜਿਸ ਵਿੱਚ ਸਰਲਤਾ ਤੇ ਸੁਬੂਧਤਾ ਸ਼ਾਮਲ ਹੈ। ਇਹ ਪੇਸ਼ਕਾਰੀ ਬੇਸ਼ੱਕ ਕਈ ਵਰ੍ਹੇ ਪਹਿਲਾਂ ਦੀ ਸਮਾਜਿਕ ਤਸਵੀਰ ਨੂੰ ਉਘਾੜਦੀ ਹੈ, ਪਰੰਤੂ ਅਜੋਕੇ ਸਮੇਂ ਵਿੱਚ ਵੀ ਪਰਿਸਥਿਤੀਆਂ ਬਦਲਦੀਆਂ ਨਹੀਂ, ਬਲਕਿ ਸਥਿਤੀ ਵਧੇਰੇ ਬਦਤਰ ਹੋਈ ਹੈ। ਇਹ ਜੀਵਨ ਮਨੁੱਖ ਨੂੰ ਜਿਉਣ ਯੋਗ ਨਹੀਂ ਰਹਿ ਗਿਆ। ਕਵੀ ਦੀ ਚਿੰਤਾ ਸੁਭਾਵਿਕ ਜਾਪਦੀ ਹੈ। ਕਵੀ ਦੀ ਪੇਸ਼ਕਾਰੀ ਵਿਅੰਗ ਦਾ ਰੂਪ ਧਾਰਨ ਕਰਦੀ ਪ੍ਰਤੀਤ ਹੁੰਦੀ ਹੈ। ਇਸ ਵਿਅੰਗ ਪਿੱਛੇ ਸਮਾਜਿਕ ਬਿਹਤਰੀ ਦੀ ਭਾਵਨਾ ਬੁਨਿਆਦੀ ਰੂਪ ਵਿੱਚ ਛੁਪੀ ਨਜ਼ਰ ਆਉਂਦੀ ਹੈ। ਦੇਖ ਲਿਆ ਨਹੀਂ ਛੱਡਦੇ ਚੂੜੇ ਵਾਲੀਏ ਕੁੜੀਏ, ਇਹ ਦੇ ਵਿੱਚੋਂ ਇਹ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਕਿਸ ਕਿਸਮ ਦੀ ਜੀਵਨ ਸਥਿਤੀ ਔਰ ਯਥਾਰਥ ਹੈ ਜਿਹੜਾ ਕਿ ਜਿਉਣ ਯੋਗ ਨਹੀਂ ਹੈ, ਉਸ ਦਾ ਬਿਆਨ ਕਵੀ ਕਿੰਨੀ ਸੁਹਿਰਦਤਾ, ਤੀਬਰਤਾ ਤੇ ਸਮਰੱਥਾ ਨਾਲ ਕਰਦਾ ਹੈ, ਇਹ ਵੇਖਣ ਵਾਲੀ ਗੱਲ ਹੈ। ਇਹੀ ਉਸ ਦੀ ਕਾਵਿ ਕਲਾ ਹੈ। ਜਦੋਂ ਜੇ ਉਸ ਦੇ ਉੱਤੇ ਪ੍ਰਸ਼ਨ ਆਉਂਦਾ ਹੈ ਕਿ ਉਸ ਦੀ ਕਾਵਿ ਕਲਾ ਬਾਰੇ ਤੁਸੀਂ ਰੌਸ਼ਨੀ ਪਾਓ, ਤਾਂ ਤੁਸੀਂ ਇਹ ਗੱਲ ਜ਼ਿਕਰ ਕਰ ਸਕਦੇ ਹੋ ਕਿ ਉਹਦੇ ਕੋਲ ਸ਼ਬਦ ਸੰਜਮ ਹੈ, ਉਹਦੇ ਕੋਲ ਸ਼ਬਦਾਂ ਦੀ ਚੋਣ ਹੈ ਸਹੀ, ਉਸ ਦੇ ਵਿੱਚ ਲਿਆਤਮਕਤਾ ਹੈ ਉਸ ਦੀ ਕਵਿਤਾ ਦੇ ਵਿੱਚ। ਦੇਖ ਲਿਆ ਨਹੀਂ ਤੇਰਾ ਗਿਰਾਂ, ਪਰਖ ਲਿਆ ਨਹੀਂ ਤੇਰਾ ਗਿਰਾਂ। ਜਿੱਥੇ ਵੀਰ ਵੀਰਾਂ ਨੂੰ ਖਾਂਦੇ, ਸਿਰੋਂ ਮਾਰ ਧੁੱਪੇ ਸੁੱਟ ਜਾਂਦੇ। ਜਿੱਥੇ ਲੱਖ ਮਣਾਂ ਦਾ ਲੋਹਾ, ਜੰਜੀਰਾਂ ਹੱਥ ਕੜੀਆਂ ਹੋਇਆ। ਜਿੱਥੇ ਕੈਦਖਾਨਿਆਂ, ਜੇਲਾਂ, ਮੀਲਾਂ ਤੀਕ ਬਲਗਣਾ ਵਾਲੀਆਂ। ਜਿੱਥੇ ਮਜ਼ਹਬ ਦੇ ਨਾਂ ਥੱਲੇ ਦਰਿਆ ਕਈ ਖੂਨ ਦੇ ਚੱਲੇ। ਜਿੱਥੇ ਵਤਨ ਪ੍ਰਸਤੀ ਤਾਈਂ ਜੁਰਮ ਸਮਝਦੀ ਧੱਕੇਸ਼ਾਹੀ। ਜਿੱਥੇ ਸ਼ਾਇਰ ਬੋਲ ਨਾ ਸਕਣ, ਦਿਲ ਦੀਆਂ ਘੁੰਡੀਆਂ ਖੋਲ ਨਾ ਸਕਣ। ਡੰਗਰਾਂ ਵਾਂਗੂ ਬੰਦੇ ਰੱਬ ਦੇ, ਬੱਗੀਆਂ ਅੱਗੇ ਵੇਖੇ ਵਗਦੇ। ਖੋਪਰੀਆਂ ਦੇ ਬਣੇ ਚਣੀਂਦੇ, ਉੱਤੇ ਲੋਕ ਨਮਾਜ਼ ਪੜ੍ਹੀਂਦੇ। ਲੱਖਾਂ ਨਫਰ ਜਾਗਦੇ ਜੀਂਦੇ, ਬਾਦਸ਼ਾਹਾਂ ਦੇ ਸੰਗ ਦਫਨੀਂਦੇ। ਉਸ ਦੀਆਂ ਕੁਝ ਕਵਿਤਾਵਾਂ ਵਿੱਚ ਲੋਕ ਉਕਤੀਆਂ ਬਣਨ ਦੀ ਸਮਰੱਥਾ ਹੈ। ਉਦਾਹਰਣ ਲਈ ਉਸ ਦੀ ਕਵਿਤਾ ਮਾਂ ਵਿੱਚ ਬਹੁਤ ਸਹਿਜ ਢੰਗ ਨਾਲ ਅਜਿਹੀ ਸੱਚਾਈ ਨੂੰ ਬਿਆਨ ਕੀਤਾ ਗਿਆ ਹੈ, ਜਿਸ ਨੂੰ ਹਰ ਹਿਰਦਾ ਸਹਿਜੇ ਹੀ ਸਵੀਕਾਰ ਕਰ ਲੈਂਦਾ ਹੈ। ਇਸ ਵਿੱਚ ਮਾਂ ਦੀ ਮਮਤਾ ਨੂੰ ਕੁਰਬਾਨੀ ਨੂੰ ਮੌਲਿਕ ਦ੍ਰਿਸ਼ਟੀਕੋਣ ਤੋਂ ਵੇਖਿਆ ਤੇ ਪੇਸ਼ ਕੀਤਾ ਗਿਆ ਹੈ। ਕੀ ਲਿਖਦਾ ਹੈ? ਛੋਟੀ ਜਿਹੀ ਕਵਿਤਾ ਹੈ, ਪ੍ਰੋਫੈਸਰ ਮੋਹਨ ਸਿੰਘ ਦੀ, ਸਾਵੇ ਪੱਤਰ ਵਿੱਚ ਦਰਜ ਹੈ। ਮਾਂ ਵਰਗਾ ਘਣਸ਼ਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ। ਲੈ ਕੇ ਜਿਸ ਤੋਂ ਛਾਂ ਉਧਾਰੀ, ਰੱਬ ਨੇ ਸੁਰਗ ਬਣਾਏ। ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਮੁਰਝਾਉਂਦੇ। ਐਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ। ਇਹ ਬੜੀ ਪਿਆਰੀ ਨਜ਼ਮ ਹੈ ਔਰ ਮਾਂ ਬਾਰੇ ਜਿੰਨੀਆਂ ਨਜ਼ਮਾਂ ਅਸੀਂ ਪੜ੍ਹਦੇ ਸੁਣਦੇ ਹਾਂ, ਉਹਨਾਂ ਦੇ ਵਿੱਚੋਂ ਇਹ ਇੱਕ, ਉਹਨੂੰ ਅਸੀਂ ਸਰਬਸ਼੍ਰੇਸ਼ਠ ਕਵਿਤਾ ਗਰਦਾਨ ਸਕਦੇ ਹਾਂ, ਕਹਿ ਸਕਦੇ ਹਾਂ। ਮੈਂ ਇੱਕ ਪਾਕਿਸਤਾਨੀ ਸ਼ਾਇਰ ਨੂੰ ਸੁਣਿਆ ਸੀ ਕਈ ਸਾਲ ਪਹਿਲਾਂ, ਉਹਨੇ ਲਿਖਿਆ ਸੀ ਕਿ ਜਿਸ ਘਰ ਦੇ ਵਿੱਚ ਮਾਂ ਨਹੀਂ ਹੁੰਦੀ, ਉਸ ਘਰ ਦੇ ਵਿੱਚ ਛਾਂ ਨਹੀਂ ਹੁੰਦੀ। ਬਹੁਤ ਖੂਬਸੂਰਤ। ਔਰ ਇੱਕ ਉਰਦੂ ਦਾ ਹੋਰ ਸ਼ਾਇਰ ਹੈ, ਉਸਨੇ ਵੀ ਮਾਂ ਬਾਰੇ ਬਹੁਤ ਸਾਰੀਆਂ ਨਜ਼ਮਾਂ, ਗਜ਼ਲਾਂ ਲਿਖੀਆਂ ਨੇ। ਉਸ ਦੀ ਕਵਿਤਾ ਵਿੱਚ, ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਵਿੱਚ ਸੰਗੀਤ ਤੇ ਰੌਸ਼ਨੀ ਦਾ ਸੁਮੇਲ ਦਿਖਾਈ ਦਿੰਦਾ ਹੈ। ਚੰਦਰਮਾ ਦੀਆਂ ਕਿਰਨਾਂ ਜਿਵੇਂ ਕਾਲੀ ਰਾਤ ਨੂੰ ਚਮਕਾਉਂਦੀਆਂ ਹੋਣ ਤੇ ਨਾਲ ਹੀ ਉਹਨਾਂ ਕਿਰਨਾਂ ਵਿੱਚੋਂ ਸੰਗੀਤ ਦੀਆਂ ਲਹਿਰਾਂ ਉੱਠਦੀਆਂ ਹੋਣ, ਅਜਿਹਾ ਜਾਦੂ ਹੈ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਦਾ। ਇਹ ਜਾਦੂ ਵਧੇਰੇ ਕਰਕੇ ਉਸ ਦੀ ਸਾਵੇ ਪੱਤਰ ਵਿਚਲੀਆਂ ਕਵਿਤਾਵਾਂ ਵਿੱਚ ਦਿਖਾਈ ਦਿੰਦਾ ਹੈ। ਕਿਸੇ ਵੀ ਕਵਿਤਾ ਵਿੱਚ ਕਵੀ ਦੀ ਚਾਹਤ ਦੇ ਵੀ ਵਡੇਰੇ ਅਰਥ ਹੁੰਦੇ ਹਨ। ਮੋਹਨ ਸਿੰਘ ਦੀ ਕਵਿਤਾ ਵਿਚਲੀ ਚਾਹਤ ਵੀ ਵਡੇਰੇ ਅਰਥਾਂ ਵਾਲੀ ਹੈ, ਇਸ ਲਈ ਉਹ ਸਾਰਥਕ ਤੇ ਸਾਰਯੁਕਤ ਹੈ। ਮੁੱਖ ਜਾਵਣ ਜਿੱਥੇ ਪਗਡੰਡੀਆਂ, ਰਹਿਣ ਨਾ ਮੁਲਕਾਂ ਦੀਆਂ ਵੰਡੀਆਂ। ਦਿਸਣ ਨਾ ਜਿੱਥੇ ਹੱਦਾਂ ਪਾੜੇ, ਮੇਰੇ ਤੇਰੇ ਦੇ ਖਾਖੋ ਬਾੜੇ। ਪਹੁੰਚ ਨਾ ਸਕਣ ਜਿੱਥੇ ਚਾਂਗਾਂ, ਬਾਗ ਟੱਲਾਂ ਤੇ ਸੰਖ ਦੀਆਂ। ਚਾਰੇ ਤਰਫ ਆਜ਼ਾਦੀ ਹੋਵੇ, ਮੂਲ ਨਾ ਕੋਈ ਮੁਥਾਜੀ ਹੋਵੇ। ਜੋ ਦਿਲ ਆਵੇ ਪੰਛੀ ਗਾਵਣ, ਚੁੰਮਣ ਤਿਤਲੀਆਂ ਜੋ ਫੁੱਲ ਚਾਵਣ।
ਚਾਹਣ ਜਿੱਧਰ ਮੁਸਕਾਵਣ ਕਲੀਆਂ, ਚਾਹਣ ਜਿੱਧਰ ਮੁਰਝਾਵਣ ਨਦੀਆਂ। ਪ੍ਰੋਫੈਸਰ ਮੋਹਨ ਸਿੰਘ ਨੇ ਆਪਣੀ ਕਵਿਤਾ ਦਾ ਆਧਾਰ ਪੰਜਾਬੀ ਸੱਭਿਆਚਾਰ ਵਿਚਲੀ ਦਾਰਸ਼ਨਿਕਤਾ ਨੂੰ ਬਣਾਇਆ ਹੈ। ਇਸੇ ਤਰ੍ਹਾਂ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਵੀ ਪੰਜਾਬੀ ਦੇ ਜੀਵਨ ਦਰਸ਼ਨ ਨੂੰ ਆਪਣਾ ਕਾਵ ਦਰਸ਼ਨ ਬਣਾਉਂਦੀ ਨਜ਼ਰ ਆਉਂਦੀ ਹੈ। ਅਸੀਂ ਪੰਜਾਂ ਦਰਿਆਵਾਂ ਦੇ ਸ਼ੇਰ ਦੂਲੇ, ਦੋਵਾਂ ਦੇਵੀਆਂ ਨੂੰ ਨਿਮਸਕਾਰ ਸਾਡੀ, ਵਿੱਚ ਰੰਗ ਦੇ ਦੇਵੀ ਹੈ ਨਾਰ ਸਾਡੀ, ਵਿੱਚ ਜੰਗ ਦੇ ਦੇਵੀ ਕਟਾਰ ਸਾਡੀ। ਸਿੱਖੀ ਦੇ ਕੁਰਬਾਨੀ ਭਰੇ ਇਤਿਹਾਸ ਨੂੰ ਉਹ ਆਪਣੀ ਕਵਿਤਾ ਸਿੱਖੀ ਵਿੱਚ ਬੜੇ ਸਲੀਕੇ ਨਾਲ ਬਿਆਨ ਕਰਦਾ ਹੈ। ਸਿੱਖ ਧਰਮ ਦੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਤੇ ਹਰ ਮਾਸੂਮ ਦੀ ਰੱਖਿਆ ਕਰਨ ਵਾਲੇ ਫਲਸਫੇ ਨੂੰ ਉਸਨੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਬਿਆਨ ਕੀਤਾ ਹੈ। ਸਿੱਖੀ ਸਿਧਾਂਤ ਵਿਚਲੀ ਉਦਾਰ ਮਾਨਵਵਾਦੀ ਪਹੁੰਚ ਹੀ ਉਸ ਦੀ ਸ੍ਰੇਸ਼ਟਤਾ ਤੇ ਮਹਾਨਤਾ ਹੈ। ਉਹ ਕਿਹੜਾ ਬੂਟਾ ਹੈ ਹਰ ਥਾਂ ਜੋ ਪਲਦਾ ਹੈ, ਆਰੇ ਦੇ ਦੰਦਿਆਂ ਤੇ, ਰੰਬੀ ਦੀਆਂ ਧਾਰਾਂ ਤੇ, ਖੈਬਰ ਦਿਆਂ ਦਰਿਆਂ ਵਿੱਚ, ਸਰਸਾਂ ਦੀਆਂ ਲਹਿਰਾਂ ਤੇ, ਸਤਲੁਜ ਦੇ ਕੰਢੇ ਤੇ, ਲੱਦੀ ਦੇ ਜੰਗਲ ਵਿੱਚ, ਰੋੜਾਂ ਵਿੱਚ, ਰਕੜਾਂ ਵਿੱਚ, ਬੰਜਰ ਵਿੱਚ, ਝਖੜਾਂ ਵਿੱਚ, ਗੜਿਆਂ ਵਿੱਚ, ਮੀਂਹਾਂ ਵਿੱਚ, ਸਰਹੰਦ ਦੀਆਂ ਨੀਹਾਂ ਵਿੱਚ। ਜਿੱਥੇ ਵੀ ਲਾ ਦਈਏ ਉੱਥੇ ਹੀ ਫਲਦਾ ਹੈ, ਜਿਤਨਾ ਇਹ ਛਾਂਗ ਦਈਏ ਉਤਨਾ ਇਹ ਫਲਦਾ ਹੈ। ਜੇ ਝੱਖੜ ਆ ਜਾਵੇ, ਜੇ ਹਨੇਰੀ ਆ ਜਾਵੇ, ਅਬਦਾਲੀ ਆ ਜਾਵੇ, ਕੋਈ ਨਾਦਰ ਆ ਜਾਵੇ, ਮਾਸੂਮ ਗੁਟਾਰਾਂ ਨੂੰ, ਬੇਦੋਸ਼ੀਆਂ ਚਿੜੀਆਂ ਨੂੰ, ਬੇਲੋਸੀਆਂ ਘੁੱਗੀਆਂ ਨੂੰ, ਕੂੰਜਾਂ ਦੀਆਂ ਡਾਰਾਂ ਨੂੰ ਇਹ ਤੁਰੰਤ ਛਪਾ ਲੈਂਦਾ ਏ, ਆਲ੍ਹਣੇ ਪਾ ਲੈਂਦਾ ਤੇ ਰਾਖਾ ਬਣ ਬਹਿੰਦਾ। ਕਿਸੇ ਵੀ ਸ਼ਾਇਰ ਦੀ ਕਵਿਤਾ ਵਿੱਚ ਮਾਸੂਮੀਅਤ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਗੱਲ ਦਾ ਉਲੇਖ ਮੋਹਨ ਸਿੰਘ ਆਪਣੀਆਂ ਕਵਿਤਾਵਾਂ ਵਿੱਚ ਥਾਂ ਪੁਰ ਥਾਂ ਕਰਦਾ ਹੈ। ਉਸ ਕੋਲ ਸੂਖਮ ਦ੍ਰਿਸ਼ਟੀ ਵੀ ਹੈ, ਜਿਹੜੀ ਜੀਵਨ ਨੂੰ ਹਰ ਵਸਤੂ ਵਿੱਚੋਂ ਮਾਸੂਮੀਅਤ ਲੱਭਣ ਦੇ ਸਮਰੱਥ ਹੈ। ਨੈਣ ਬੱਚੇ ਦੇ ਪਿਆਰੇ ਪਿਆਰੇ, ਜੀਵਨ ਪੰਧ ਦੇ ਨੂਰ ਮੁਨਾਰੇ, ਕੋਮਲ ਕੋਮਲ ਸੂਈਆਂ ਬੁੱਲੀਆਂ, ਇਹਨੇ ਪਾਕ ਕਿਤਾਬਾਂ ਖੁੱਲੀਆਂ, ਜੋ ਨਹੀਂ ਪਾਠ ਇਹਨਾਂ ਦਾ ਕਰਦਾ, ਉਹ ਕਦੀ ਨਹੀਂ ਸ਼ਾਇਰ ਬਣਦਾ, ਉਹ ਕਦੀ ਨਹੀਂ ਸ਼ਾਇਰ ਬਣਦਾ। ਉਹ ਅਜਿਹਾ ਸ਼ਾਇਰ ਨਹੀਂ ਸੀ ਜਿਸ ਦੀ ਕਵਿਤਾ ਵਿੱਚ ਕੋਈ ਦ੍ਰਿਸ਼ਟੀ ਜਾਂ ਦ੍ਰਿਸ਼ਟੀਕੋਣ ਨਾ ਹੋਵੇ। ਉਹ ਜਿੱਥੇ ਸਮਾਜਵਾਦੀ ਦ੍ਰਿਸ਼ਟੀਕੋਣ ਅਨੁਸਾਰ ਸਮਾਜਿਕ ਯਥਾਰਥ ਦਾ ਵਿਸ਼ਲੇਸ਼ਣ ਕਰਦਾ ਹੈ, ਉਹ ਅੰਤਰਰਾਸ਼ਟਰੀ ਮੰਚ ਉੱਪਰ ਚੱਲ ਰਹੀਆਂ ਮਾਨਵ ਹਿਤੈਸ਼ੀ ਲਹਿਰਾਂ ਦੀ ਵੀ ਸਮਝ ਰੱਖਦਾ ਸੀ ਅਤੇ ਉਹਨਾਂ ਲਹਿਰਾਂ ਦੇ ਪ੍ਰਭਾਵ ਦੀ ਕਵਿਤਾ ਰਚਦਾ ਸੀ। ਵਿਸ਼ਵ ਅਮਨ ਲਹਿਰ ਦੇ ਆਦਰਸ਼ਾਂ ਨੂੰ ਉਹ ਦ੍ਰਿੜਤਾ ਨਾਲ ਪ੍ਰਗਟਾਉਂਦਾ ਹੈ। ਹਿਟਲਰ, ਐਟੀਲਾ, ਚੰਗੇਜ਼ ਖਾਂ, ਜਾਗੇ ਕਬਰਾਂ ਚੀਰ, ਜੈ ਮੀਰ, ਪ੍ਰਭੁਤਾ ਦਾ ਮਦ ਸਿਰ ਨੂੰ ਚੜ੍ਹਿਆ, ਪੱਥਰ ਹੋਈ ਜ਼ਮੀਰ, ਜੈ ਮੀਰ। ਜੁੜੋ ਜਗਤ ਦੇ ਅਮਨ ਪਸੰਦੋ, ਕੀ ਕਹਿੰਦੇ ਜੀ, ਜੁੜੋ ਜਗਤ ਦੇ ਅਮਨ ਪਸੰਦੋ, ਬੱਝੇ ਜਗ ਦੀ ਧੀਰ, ਜੈ ਮੀਰ। ਰਾਖਸ਼ ਕੋਈ ਝਰੀਟ ਨਾ ਸੁੱਟੇ, ਧਰਤ ਦਾ ਸੋਹਲ ਸਰੀਰ, ਜੈ ਮੀਰ। ਜੀਵਨ ਦੀ ਅਦਭੁਤ ਫੁਲਕਾਰੀ ਹੋਏ ਨਾ ਲੀਰੋ ਲੀਰ, ਜੈ ਮੀਰ। ਮੁਰੜ ਨਾੜਾਂ ਵਿੱਚ ਖੂਨ ਨਾ ਸੁੱਕੇ, ਦੁੱਧੀਆਂ ਦੇ ਸਿਰ ਸੀਰ, ਜੈ ਮੀਰ। ਮੁੜ ਕੋਈ ਸੈਦਾ ਲੈ ਨਾ ਜਾਵੇ, ਝੰਗ ਸਿਆਲੋਂ ਹੀਰ, ਜੈ ਮੀਰ। ਬਣ ਜਾਵੇ ਦੁਨੀਆ ਇੱਕ ਟੱਬਰ, ਗਾਵਣ ਭੈਣਾ ਵੀਰ, ਜੈ ਮੀਰ, ਜੈ ਮੀਰ, ਜੈ ਮੀਰ। ਉਹ ਆਪਣੀ ਕਵਿਤਾ ਵਿੱਚ ਇਹ ਪ੍ਰਸ਼ਨ ਉਠਾਉਂਦਾ ਹੈ ਕਿ ਮਨੁੱਖ ਆਪਣੀਆਂ ਗਲਤੀਆਂ ਨੂੰ ਦੁਹਰਾਉਂਦਾ ਕਿਉਂ ਹੈ। ਇਹ ਬੁਨਿਆਦੀ ਪ੍ਰਸ਼ਨ ਅੱਜ ਵੀ ਸਾਡੇ ਸਾਹਮਣੇ ਜਿਉਂਦਾ ਤਿਉਂ ਖੜਾ ਹੈ ਕਿ ਮਨੁੱਖ ਅਜਿਹੀ ਜੀਵਨ ਸ਼ੈਲੀ ਕਿਉਂ ਨਹੀਂ ਅਪਣਾਉਂਦਾ ਜਿਸ ਨੂੰ ਅਪਣਾ ਕੇ ਮਨੁੱਖ ਬੀਤੇ ਤੋਂ ਸਬਕ ਸਿੱਖ ਸਕੇ। ਲੱਖਾਂ ਹੀ ਸਭਿਅਤਾਵਾਂ ਢਾਹ ਕੇ ਉਸਾਰ ਬੈਠਾ ਹੈ, ਕੀ ਕਹਿੰਦਾ ਹੈ ਸ਼ਾਇਰ, ਲੱਖਾਂ ਹੀ ਸਭਿਅਤਾਵਾਂ ਢਾਹ ਕੇ ਉਸਾਰ ਬੈਠਾ ਹੈ, ਕਿਉਂ ਆਦਮੀ ਦਾ ਪੁੱਤਰ ਜਿੱਤ ਕੇ ਵੀ ਹਾਰ ਬੈਠਾ ਹੈ। ਮੋਹਨ ਸਿੰਘ ਪੰਜਾਬੀ ਸਮਾਜ ਤੇ ਸੱਭਿਆਚਾਰ ਦੀਆਂ ਉੱਚੀਆਂ ਤੇ ਮਹਾਨ ਸਿਧਾਂਤਕ ਧਾਰਨਾਵਾਂ ਨੂੰ ਆਪਣੀ ਕਵਿਤਾ ਵਿੱਚ ਦ੍ਰਿੜਤਾ ਸਹਿਤ ਪ੍ਰਗਟਾਉਂਦਾ ਅਤੇ ਦਰਸਾਉਂਦਾ ਹੈ। ਉਸ ਦਾ ਸਿਧਾਂਤ ਜੀਵਨ ਪ੍ਰਵਾਹ ਦੀ ਗਤੀਸ਼ੀਲਤਾ ਨੂੰ ਸਵੀਕਾਰ ਕਰਦਾ ਹੋਇਆ ਉਹਨਾਂ ਮਾਨਵੀ ਕਦਰਾਂ ਕੀਮਤਾਂ ਦੀ ਸਥਾਪਨਾ ਕਰਦਾ ਹੈ ਜਿਹੜੇ ਮਾਨਵੀ ਜੀਵਨ ਨੂੰ ਸੁਚੱਜਤਾ ਸਹਿਤ ਜੀਵਨ ਜਿਉਣ ਦੀ ਪ੍ਰੇਰਨਾ ਦਿੰਦੇ ਹਨ। ਬੇਸ਼ੱਕ ਉਸ ਦਾ ਇਹ ਉਪਦੇਸ਼ ਉਸ ਦੀ ਨਜ਼ਮ ਕੁਝ ਚਿਰ ਪਿੱਛੋਂ ਅਦਭਾਟੇ ਪੁਸਤਕ ਦੇ ਵਿੱਚ ਇਹ ਪੰਨਾ 7 ਤੇ ਇਹ ਕਵਿਤਾ ਦਾ ਜ਼ਿਕਰ ਹੋਇਆ ਮਿਲਦਾ ਹੈ, ਵਿੱਚ ਆਦਰਸ਼ਵਾਦੀ ਨਜ਼ਰ ਆਉਂਦਾ ਹੈ, ਪਰੰਤੂ ਲੇਖਕ ਦੀ ਸੁਹਿਰਦਤਾ ਤੇ ਨਿਰਦੋਸ਼ਤਾ ਪ੍ਰਤੀਤ ਹੁੰਦੀ ਹੈ। ਉਹ ਲਿਖਦਾ ਹੈ, ਮੰਦਾ ਜੀਵਨ ਦਾ ਹੱਕ ਖੋਣਾ, ਖਹਾਉਣਾ ਹੋਰ ਮੰਦੇਰਾ, ਬੇਸ਼ੱਕ ਪਿਆਰ ਹੈ ਉੱਚੀ ਵਸਤੂ, ਪਰ ਜਿਉਣਾ ਹੋਰ ਉਚੇਰਾ। ਉਹ ਜੀਵਨ ਦੇ ਰਾਹਾਂ ਉੱਪਰ, ਤਰੱਕੀ ਅਤੇ ਪ੍ਰਗਤੀ ਦੇ ਰਾਹਾਂ ਉੱਪਰ ਅੱਗੇ ਹੀ ਅੱਗੇ ਵੱਧਦੇ ਜਾਣ ਨੂੰ ਆਪਣਾ ਜੀਵਨ ਫਲਸਫਾ ਮੰਨ ਕੇ ਚੱਲਦਾ ਹੈ। ਜੇ ਦੁਨੀਆ ਦੀ ਹਰ ਸ਼ੈ ਇੱਕ ਸ਼ੈ ਨੇ ਆਖਰ ਨੂੰ ਫਸਾਨਾ ਬਣਨਾ ਹੈ, ਤਾਂ ਬਣੇ ਫਸਾਨਾ ਜਿੱਤਣ ਦਾ, ਹਾਰਨ ਦਾ ਫਸਾਨਾ ਕਿਉਂ ਹੋਵੇ। ਮੋਹਨ ਸਿੰਘ ਦੀ ਕਵਿਤਾ ਸਰਲਤਾ ਸਹਿਜਤਾ ਵਿੱਚੋਂ ਹੀ ਸੁੰਦਰਤਾ ਪੈਦਾ ਕਰਨ ਦੀ ਮੁਤਲਾਸ਼ੀ ਹੈ। ਉਸ ਦੀ ਕਵਿਤਾ ਇਸੇ ਕਰਕੇ ਹੀ ਗੀਤਾਤਮਕ ਹੈ। ਇਹ ਗੁਣ ਉਸ ਦੀ ਕਵਿਤਾ ਨੂੰ ਲੋਕਪ੍ਰਿਯ ਬਣਾਉਣ ਲਈ ਆਪਣਾ ਆਧਾਰੀ ਰੋਲ ਅਦਾ ਕਰਦੇ ਹਨ। ਉਹ ਆਪਣੀਆਂ ਕਈ ਕਵਿਤਾਵਾਂ ਵਿੱਚ ਨਾਰੀ ਮਨ ਦੀ ਪ੍ਰਮਾਣਿਕ ਤਸਵੀਰ ਪੇਸ਼ ਕਰਦਾ ਹੈ।
ਭਰ ਜੋਬਨ ਮੁਟਿਆਰ ਦੇ ਜਜ਼ਬਿਆਂ ਦੇ ਸਿਖਰ ਨੂੰ ਜਦੋਂ ਉਹ ਕਿਸੇ ਹਮ ਉਮਰ ਸਾਥੀ ਦੇ ਸਾਥ ਨੂੰ ਮਾਨਣਾ ਲੋਚਦੀ ਹੈ। ਅਜਿਹੀ ਸਥਿਤੀ ਦੀ ਪੇਸ਼ਕਾਰੀ ਮੋਹਨ ਸਿੰਘ ਨੇ ਉਸੇ ਤੀਬਰ ਭਾਵ ਅਤੇ ਉਸੇ ਪ੍ਰਚੰਡਤਾ ਨੂੰ ਬਰਕਰਾਰ ਰੱਖਦਿਆਂ ਕੀਤੀ ਹੈ। ਇਹ ਪੇਸ਼ਕਾਰੀ ਕਵੀ ਦੀ ਕਲਪਨਾ ਅਤੇ ਮਨੋਵਿਗਿਆਨਕ ਪਕੜ ਦੀ ਪਰਪੱਕ ਉਦਾਹਰਣ ਹੈ। ਪ੍ਰੋਫੈਸਰ ਮੋਹਨ ਸਿੰਘ ਨੂੰ ਅਸੀਂ ਇਸੇ ਕਰਕੇ ਜ਼ਿੰਦਗੀ ਦੀ ਬਹੁਰੰਗਤਾ ਦਾ ਸ਼ਾਇਰ ਕਹਿ ਸਕਦੇ ਹਾਂ। ਉਸ ਦੀ ਕਵਿਤਾ ਵਿੱਚ ਜੀਵਨ ਦੇ ਅਨੇਕਾਂ ਰੰਗ ਆਪਣੀ ਪੂਰੀ ਆਭਾ ਅਤੇ ਜਲਾਅ ਵਿੱਚ ਵਿਦਮਾਨ ਹੋਏ ਮਿਲਦੇ ਹਨ। ਆਪਣੀ ਪੁਸਤਕ ਸੁੰਬੜਾ ਵਿੱਚ ਦਰਜ ਕਵਿਤਾ ਕੋਈ ਤੋੜੇ ਵੀ ਬੇ ਕੋਈ ਤੋੜੇ ਵਿੱਚ ਨਾਰੀ ਮਨ ਦੀ ਆਂਤਰਿਕਤਾ ਦਾ ਵਰਣਨ ਪ੍ਰਮਾਣਿਕਤਾ ਸਹਿਤ ਕਰਦਾ ਹੈ। ਕੋਈ ਤੋੜੇ ਵੀ ਕੋਈ ਤੋੜੇ ਮੇਰੀ ਬੀਣੀ ਨੂੰ ਵਿਚਕੋੜੇ, ਮੈਂ ਕੱਜਾਂ ਕਿਵੇਂ ਜਵਾਨੀ, ਨਹੀਂ ਲੁਕਦੀ ਇਹ ਦੀਵਾਨੀ। ਉਹ ਪ੍ਰਗਤੀਵਾਦੀ ਯਥਾਰਥਵਾਦੀ ਨਜ਼ਰੀ ਤੋਂ ਜ਼ਿੰਦਗੀ ਨੂੰ ਦੇਖਦਾ, ਪਰਖਦਾ ਤੇ ਪੇਸ਼ ਕਰਦਾ ਹੈ, ਪਰੰਤੂ ਉਹ ਰੋਮਾਂਸਵਾਦੀ ਸੁਹਜਵਾਦੀ ਭਾਵਾਂ ਨੂੰ ਵੀ ਤਿਆਗਦਾ ਨਹੀਂ। ਪ੍ਰਗਤੀਵਾਦ ਤੇ ਰੋਮਾਂਸਵਾਦ ਉਸਦੀ ਕਵਿਤਾ ਦੇ ਦੋ ਪਹੀਏ ਹਨ। ਉਹ ਦੋਨਾਂ ਪਹੀਆਂ ਉੱਪਰ ਚੱਲਣ ਦੀ ਇੱਕੋ ਜਿੰਨੀ ਮੁਹਾਰਤ ਰੱਖਦਾ ਹੈ। ਉਹ ਦੋਹਾਂ ਦੀ ਪੇਸ਼ਕਾਰੀ ਸਮੇਂ ਹੀ ਸਹਿਜ ਤੇ ਸੁਭਾਵਿਕਤਾ ਦਾ ਪ੍ਰਗਟਾਵਾ ਕਰਦਾ ਹੈ। ਮੋਹਨ ਸਿੰਘ ਅਜੋਕੇ ਪੰਜਾਬੀ ਕਵੀਆਂ ਵਾਂਗ ਕਵਿਤਾ ਵਿਚਲੀ ਲੈਆਤਮਕਤਾ ਤੇ ਕਾਵਿਕਤਾ ਪੱਖੋਂ ਵਿਸਲਾ ਨਹੀਂ, ਸਗੋਂ ਸੁਚੇਤ ਕਵੀ ਸੀ। ਅਜੋਕੇ ਸਮੇਂ ਵਿੱਚ ਇੱਕ ਅਜੀਬ ਕਿਸਮ ਦੀ ਫੈਸ਼ਨ ਪ੍ਰਸਤੀ ਦੇ ਅਨੁਕਰਨ ਦੇ ਅਧੀਨ ਕਵਿਤਾ ਦੇ ਇਹਨਾਂ ਗੁਣਾਂ ਪੱਖੋਂ ਉਹ ਵਿਸਲੇ ਨਜ਼ਰ ਆਉਂਦੇ ਹਨ ਸਾਡੇ ਅਜੋਕੇ ਸ਼ਾਇਰ। ਸ਼ਾਇਦ ਇਸੇ ਕਰਕੇ ਅਜੋਕੇ ਦੌਰ ਦੀ ਪੰਜਾਬੀ ਕਵਿਤਾ ਆਪਣੀ ਲੋਕਪ੍ਰਿਯਤਾ ਖੋ ਰਹੀ ਹੈ। ਕਵੀ ਨੂੰ ਕਵਿਤਾ ਵਿੱਚ ਇੰਨਾ ਜਟਲ ਵੀ ਨਹੀਂ ਹੋਣਾ ਚਾਹੀਦਾ ਕਿ ਉਸ ਵਿੱਚੋਂ ਪਾਠਕ ਅਰਥਾਂ ਦੀਆਂ ਲੜੀਆਂ ਨੂੰ ਪਕੜਨ ਤੋਂ ਖੁੰਝ ਜਾਵੇ। ਨਾ ਹੀ ਕਵੀ ਕਵਿਤਾ ਵਿੱਚ ਇੰਨੀ ਸਪਾਟਤਾ ਸਹਿਤ ਆਪਣੇ ਵਿਚਾਰਾਂ ਨੂੰ ਪ੍ਰਗਟਾਵੇ ਕਿ ਉਸ ਵਿੱਚੋਂ ਕਾਵਿਕਤਾ ਨੂੰ ਲੱਭਣਾ ਹੀ ਦੁਸ਼ਵਾਰ ਹੋ ਜਾਵੇ। ਉਹਨਾਂ ਨੌਜਵਾਨਾਂ ਨੂੰ ਕ੍ਰਾਂਤੀ ਲਈ ਵੰਗਾਰ ਦੇਣਾ ਚਾਹੁੰਦਾ ਹੈ। ਉਸ ਨੂੰ ਇਹ ਵਿਸ਼ਵਾਸ ਹੈ ਕਿ ਨੌਜਵਾਨਾਂ ਬਿਨਾਂ ਕ੍ਰਾਂਤੀ ਸਿਰੇ ਨਹੀਂ ਲੱਗ ਸਕਦੀ। ਇਹ ਚਾਹਣ ਨਵਾਂ ਯੁੱਗ ਰਚਣਾ ਹੁਣ, ਤਲਵਾਰਾਂ ਨਾਲ ਪਚਲਣਾ ਹੁਣ, ਚੜ੍ਹ ਸੂਲੀਆਂ ਉੱਤੇ ਨੱਚਣਾ ਹੁਣ, ਮੇਰੇ ਮਰਨੋਂ ਨਾ ਘਬਰਾਉਣ ਗੀਤ, ਮੇਰੇ ਗੀਤ ਨਾ ਗਾਉਣ ਤਿਆਗਣਗੇ, ਦਿਨ ਰਾਤ ਉਨੀਂਦੇ ਝਾਗਣਗੇ, ਨਾ ਸੌਣ ਦੇਣ ਨਾ ਸੌਣ ਗੀਤ। ਤਾਜ ਮਹਿਲ ਕਵਿਤਾ ਵਿੱਚ ਮੋਹਨ ਸਿੰਘ ਸਮਾਜਵਾਦੀ ਨਜ਼ਰੀਏ ਤੋਂ ਸਾਮੰਤਵਾਦੀ ਰਾਜਵਾੜਾਸ਼ਾਹੀ ਤੇ ਰਾਜਾਸ਼ਾਹੀ ਦੇ ਪਰਛੱਟੇ ਉਡਾਉਂਦਾ ਨਜ਼ਰ ਆਉਂਦਾ ਹੈ। ਇਸ ਨਜ਼ਮ ਵਿੱਚੋਂ ਉਸ ਦੀ ਮਾਰਕਸਵਾਦੀ ਪ੍ਰਗਤੀਵਾਦੀ ਸੋਚ ਤੇ ਦ੍ਰਿਸ਼ਟੀਕੋਣ ਵਿਚਲੀ ਪਰਪੱਕਤਾ ਝਲਕਦੀ ਹੈ। ਇੱਕ ਇਕੱਲੀ ਕਵਿਤਾ ਹੀ ਜਾਗੀਰਦਾਰੀ ਮੱਧਯੁਗੀ ਸਮਾਜਿਕ ਪ੍ਰਬੰਧ ਦੀ ਪ੍ਰਤੀਨਿਧ ਤਸਵੀਰ ਪੇਸ਼ ਕਰਨ ਦੇ ਸਮਰੱਥ ਹੈ। ਕੀ ਕਹਿੰਦਾ ਇਸ ਕਵਿਤਾ ਦੇ ਵਿੱਚ ਕਵਿਤਾ ਕੀ ਉਹ ਹੁਸਨ ਹੁਸਨ ਹੈ ਸੱਚਮੁੱਚ, ਕੀ ਉਹ ਹੁਸਨ ਹੈ ਸੱਚਮੁੱਚ, ਜਾਂ ਉਂਝੇ ਹੀ ਛਲਦਾ ਲੱਖ ਗਰੀਬਾਂ ਮਜ਼ਦੂਰਾਂ ਦੇ ਹੰਝੂਆਂ ਤੇ ਜੋ ਪਲਦਾ। ਮੋਹਨ ਸਿੰਘ ਦੀ ਕਵਿਤਾ ਪਰੰਪਰਾਗਤ ਕਵਿਤਾ ਨਾਲੋਂ ਭਿੰਨ ਇਸ ਕਰਕੇ ਹੈ ਕਿਉਂ ਜੋ ਉਸਨੇ ਆਪਣੀ ਕਵਿਤਾ ਵਿੱਚ ਪ੍ਰਾਂਤਕ ਮਾਨਤਾਵਾਂ, ਰੂੜੀਆਂ, ਸਥਾਪਨਾਵਾਂ ਨੂੰ ਅਪਣਾਉਣਾ ਜ਼ਰੂਰੀ ਨਹੀਂ ਸਮਝਿਆ, ਸਗੋਂ ਉਸਨੇ ਆਪਣੀ ਕਵਿਤਾ ਵਿੱਚ ਆਪਣੀ ਸੋਚ, ਦ੍ਰਿਸ਼ਟੀਕੋਣ ਅਤੇ ਕੀਮਤ ਪ੍ਰਬੰਧ ਨੂੰ ਮੁਕਤ ਕੰਠ ਪ੍ਰਗਟਾਇਆ ਹੈ। ਸਮਾਂ ਸਾਹਿਤ ਦੀ ਪਰਖ ਵਾਸਤੇ ਇੱਕ ਬਹੁਤ ਵੱਡੀ ਕਸੌਟੀ ਹੈ। ਮੋਹਨ ਸਿੰਘ ਕਾਵਿ ਆਪਣੀ ਸਿਰਜਣਾ ਤੋਂ ਹੁਣ ਤੱਕ ਦੇ ਸਮੇਂ ਵਿਚਕਾਰ ਲੋਕਪ੍ਰਿਯਤਾ ਤੇ ਪ੍ਰਵਾਨਗੀ ਦੀ ਕਸੌਟੀ ਉੱਪਰ ਖਰਾ ਉਤਰਿਆ ਹੈ। ਇਹ ਉਸ ਦੀ ਕਵਿਤਾ ਦੀ ਸਫਲਤਾ ਤੇ ਪ੍ਰਾਪਤੀ ਹੈ। ਸੋ ਦੋਸਤੋ, ਮੈਂ ਇਸ ਆਪਣੇ ਲੈਕਚਰ ਦੇ ਵਿੱਚ ਬਹੁਤ ਵਿਸਥਾਰ ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਦੇ ਉਹਨਾਂ ਨਿਆਰੇ ਗੁਣਾਂ ਨੂੰ ਤੁਹਾਡੇ ਨਾਲ ਸਾਂਝਾ ਕੀਤਾ ਹੈ, ਜਿਹੜੇ ਗੁਣ ਉਸ ਨੂੰ ਪੰਜਾਬੀ ਸਾਹਿਤ ਦੇ ਵਿੱਚ ਵੱਖਰਾ ਮੁਕਾਮ ਪ੍ਰਦਾਨ ਕਰਦੇ ਨੇ, ਉਸ ਨੂੰ ਵੱਖਰੀ ਨੁਹਾਰ ਕਰਕੇ ਜਾਣਿਆ ਜਾਂਦਾ ਹੈ। ਅੱਜ ਵੀ ਉਸ ਦੀ ਜਿਹੜਾ ਕਾਵਿ ਸੰਗ੍ਰਹਿ ਹੈ ਸਾਵੇ ਪੱਤਰ, ਉਹ ਲੋਕਪ੍ਰਿਯਤਾ ਦੀ ਦ੍ਰਿਸ਼ਟੀ ਤੋਂ ਜਿਹੜਾ ਹੈਗਾ ਆਪਣਾ ਸਥਾਨ ਉਸਨੇ ਬਣਾਇਆ ਹੋਇਆ ਹੈ। ਜਿਵੇਂ ਅਸੀਂ ਜਾਣਦੇ ਹਾਂ ਕਿ ਵਾਰਿਸ ਸ਼ਾਹ ਦੀ ਹੀਰ ਨੂੰ ਪੰਜਾਬੀ ਕਾਵਿ ਜਗਤ ਦੇ ਵਿੱਚ, ਸਾਹਿਤ ਜਗਤ ਦੇ ਵਿੱਚ ਇੱਕ ਲੋਕਪ੍ਰਿਯ ਪੁਸਤਕ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਸ਼ਿਵ ਬਟਾਲਵੀ ਨੂੰ ਇੱਕ ਹਰਮਨ ਪਿਆਰੇ ਕਵੀ ਦੇ ਤੌਰ ਤੇ ਜਾਣਿਆ ਜਾਂਦਾ ਹੈ। ਅੰਮ੍ਰਿਤਾ ਪ੍ਰੀਤਮ ਨੂੰ ਇੱਕ ਲੋਕਪ੍ਰਿਯ ਕਵਿਤਰੀ ਦੇ ਤੌਰ ਤੇ ਜਾਣਿਆ ਜਾਂਦਾ ਹੈ। ਉਸੇ ਤਰ੍ਹਾਂ ਮੋਹਨ ਸਿੰਘ ਨੂੰ ਵੀ ਪੰਜਾਬੀ ਕਾਵਿ ਜਗਤ ਦੇ ਵਿੱਚ ਇੱਕ ਹਰਮਨ ਪਿਆਰੇ ਸ਼ਾਇਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਜਦੋਂ ਤੁਸੀਂ ਇਸ ਸ਼ਾਇਰੀ ਦੇ ਨਾਲ, ਇਸ ਕਵਿਤਾ ਦੇ ਨਾਲ ਸਾਂਝ ਪਾਓਗੇ, ਤੁਹਾਨੂੰ ਇਸ ਦੇ ਵਿੱਚੋਂ ਜ਼ਿੰਦਗੀ ਦੇ ਬਹੁਤ ਸਾਰੇ ਸੁਰ ਅਤੇ ਸਾਰ ਦੇ ਦਰਸ਼ਨ ਹੋਣਗੇ। ਅੱਜ ਇੰਨਾ ਹੀ ਬਹੁਤ ਹੈ। ਬਾਕੀ ਫਿਰ ਅਸੀਂ ਕਿਸੇ ਦੂਸਰੇ ਕਵੀ ਨੂੰ ਅਗਲੇ ਲੈਕਚਰ ਦੇ ਵਿੱਚ ਤੁਹਾਡੇ ਨਾਲ ਸਾਂਝਾ ਉਹਨਾਂ ਬਾਰੇ ਵਿਚਾਰ ਕਰਾਂਗੇ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ।